ਗੁਰਬਾਣੀ ਸੁਣ ਮੈਲ ਗਵਾਏ। ਉੱਥੇ ਗੁਰੂ ਕਾ ਦਰਬਾਰ ਸਜਿਆ ਹੋਇਆ। ਬੜੇ ਦੇਸਾਂ ਪ੍ਰਦੇਸਾਂ ਤੋਂ ਸੰਗਤਾਂ ਮਹਾਰਾਜ ਦੇ ਚਰਨਾਂ ਦੇ ਵਿੱਚ ਨਤਮਸਤਕ ਹੋ ਰਹੀਆਂ ਨੇ। ਇਹ ਸੰਗਤ ਦੀ ਵਾਰੀ ਆਈ, ਸਾਰੀ ਸੰਗਤ ਨੇ ਜਾ ਕੇ ਮੱਥੇ ਟੇਕੇ ਹੈ। ਤੇ ਹੁਣ ਗੁਰੂ ਕੈਸਾ ਹੈ ਸਾਧ ਸੰਗਤ ਜੀ? ਗੁਰੂ ਅੰਤਰਜਾਮੀ ਹੈ। ਸਤਿਪੁਰਸ਼ਾਂ ਦੇ ਅੰਦਰ ਸਤਿਪੁਰਸ਼ਾਂ ਨੇ ਐਸੇ ਵਿਚਾਰ ਦਿੱਤੇ ਹੈ। ਉਹ ਦੱਸਦੇ ਨੇ ਕਿ ਭਾਈ ਗੁਰੂ ਦਾ ਹੋਵੇ ਸਿੱਖ, ਨਿਤਨੇਮੀ ਹੋਵੇ, ਰਹਿਤ ਬੇਦ ਵਿੱਚ ਪੂਰਾ ਹੋਵੇ, ਚਾਹੇ ਉਹਦੇ ਕੋਲ ਘਰ ਦੇ ਵਿੱਚ ਕੁਝ ਵੀ ਨਾ ਹੋਵੇ, ਤਾਂ ਵੀ ਕਹਿੰਦੇ ਗੁਰੂ ਨੂੰ ਭੁੱਖਾ ਨਹੀਂ ਮਰਨ ਦੇਵੇਗਾ। ਗੁਰੂ ਆਪ ਉਹਦੀ ਬੌੜੀ ਕਰਦਾ ਹੈ। ਐਸਾ ਵਿਸ਼ਵਾਸ ਭਰੋਸਾ ਸਤਿਪੁਰਸ਼ ਸੰਗਤ ਜੀ ਗੁਰੂ ਦੇ ਉੱਪਰ ਸਾਡਾ ਦ੍ਰਿੜ ਕਰਵਾਉਂਦੇ ਨੇ। ਹੁਣ ਉਹ ਸਿੱਖ ਹੈ ਸ਼ਰਧਾ ਭਾਵਨਾ ਵਾਲਾ, ਅਤੇ ਗੁਰੂ ਦੇ ਦਰਬਾਰ ਵਿੱਚ ਗੁਰੂ ਦੇ ਦਰਸ਼ਨ ਕਰਨ ਵਾਸਤੇ ਆਇਆ। ਅਤੇ ਮਨ ਦੇ ਵਿੱਚ ਇਹ ਵੀ ਨਹੀਂ ਕਿਹਾ ਕਿ ਮਹਾਰਾਜ ਕਿਰਪਾ ਕਰੋ ਮੇਰੇ ਘਰ ਦੀ ਗਰੀਬੀ ਚੱਕੀ ਜਾਵੇ, ਜਾਂ ਮੇਰੇ ਕੋਲ 4 ਪੈਸੇ ਹੋ ਜਾਣ, ਆਹ ਚੱਲੇ ਆਹ ਹੋਵੇ। ਬਸ ਗੁਰੂ ਕੇ ਦਰਸ਼ਨ ਕਰਨੇ ਹੈ, ਗੁਰੂ ਘਰ ਸੇਵਾ ਕਰਨੀ ਹੈ, ਯਾਤਰਾ ਕਰਕੇ ਵਾਪਸ ਚਲੇ ਜਾਣਾ ਹੈ। ਇਹੋ ਜਿਹੇ ਸੱਚੇ ਸੁੱਚੇ ਸਿੱਖਾਂ ਦਾ ਜੀਵਨ। ਪਰ ਗੁਰੂ ਤਾਂ ਸੰਗਤ ਜੀ ਜਾਣਦਾ ਹੈ ਨਾ ਸਾਰਾ ਕੁਝ, ਵੀ ਮੇਰਾ ਕਿਹੜਾ ਕਿੰਨੀ ਕੁ ਭਾਵਨਾ ਵਾਲਾ ਸਿੱਖ ਹੈ ਅਤੇ ਉਹਨੂੰ ਕਿਸ ਸਮੇਂ ਕਿੰਨਾ ਕੁ ਕੁਝ ਦੇਣਾ ਹੈ। ਇਹ ਗੁਰੂ ਅੰਤਰਜਾਮੀ ਹੈ, ਉਹ ਜਾਣਦਾ ਹੈ ਸਾਰਾ ਕੁਝ। ਤੋ ਕਰਦਿਆਂ ਜਦੋਂ ਇਹ ਸੰਗਤ ਦੀ ਵਾਰੀ ਆਈ, ਉੱਥੇ ਹੀ ਇਹਨਾਂ ਤੋਂ ਪਹਿਲਾਂ ਇੱਕ ਸੰਗਤ ਹੋਰ ਸੀ ਨਗਰ ਦੀ। ਉਹਨੇ ਬੇਨਤੀ ਕੀਤੀ ਕਿ ਮਹਾਰਾਜ ਸਾਡੇ ਨਗਰ ਦੇ ਬਹੁਤ ਸਾਰੇ ਜਿਹੜੇ ਨੌਜਵਾਨ ਸਨ, ਕੁਝ ਲੋਕ ਸੀ, ਉਹਨਾਂ ਨੇ ਅੱਜ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੋ ਕੇ ਸਿੱਖੀ ਧਾਰਨ ਕੀਤੀ ਹੈ। ਪਰ ਬੇਨਤੀ ਹੈ ਮਹਾਰਾਜ, ਅਸੀਂ ਲੋਕ ਘਰਾਂ ਵਿੱਚ ਰਹਿਣ ਵਾਲੇ ਹਾਂ, ਕੰਮਾਂ ਕਾਰਾਂ ਦੇ ਵਿੱਚ ਵਿਅਸਤ ਹਾਂ, ਅਤੇ ਸਾਨੂੰ ਸਿੱਖੀ ਬਾਰੇ ਕੋਈ ਬਹੁਤਾ ਜ਼ਿਆਦਾ ਪਤਾ ਨਹੀਂ ਹੈ। ਮਨ ਦੇ ਵਿੱਚ ਡਰ ਹੈ ਕਿ ਕਿਤੇ ਅਸੀਂ ਕੋਈ ਗਲਤੀਆਂ ਨਾ ਕਰ ਬੈਠੀਏ ਅਤੇ ਸਿੱਖੀ ਤੋਂ ਦੂਰ ਚਲੇ ਜਾਈਏ ਅਤੇ ਆਪਣੇ ਆਪ ਨੂੰ ਅਸੀਂ ਸਿੱਖੀ ਸਮਝੀ ਜਾਈਏ। ਇਹੋ ਜਿਹਾ ਸੰਗਤ ਜੀ ਬਹੁਤ ਕੁਝ ਹੁੰਦਾ ਹੈ ਸੰਸਾਰ ਵਿੱਚ। ਬਹੁਤੇ ਲੋਕ ਆਪਣੇ ਆਪ ਨੂੰ ਸਮਝਦੇ ਹੈ ਕਿ ਅਸੀਂ ਸਿੱਖ ਹਾਂ, ਪਰ ਉਹ ਸਿੱਖੀ ਤੋਂ ਬਹੁਤ ਦੂਰ ਗਏ ਹੋਏ ਹੁੰਦੇ ਨੇ। ਕਈ ਦਫਾ ਬਾਹਰੋਂ ਸਾਡਾ ਲਿਬਾਸ ਵੀ ਸਾਨੂੰ ਦੱਸਦਾ ਹੈ ਕਿ ਅਸੀਂ ਸਿੱਖ ਹਾਂ, ਪਰ ਅੰਦਰੋਂ ਜਿਹੜਾ ਜੀਵਨ ਦਾ ਪੱਖ ਹੈ, ਜੀਵਨ ਪੱਖੋਂ ਸਿੱਖੀ ਤੋਂ ਬਹੁਤ ਦੂਰ ਜਾ ਚੁੱਕੇ ਹੁੰਦੇ ਹੈ। ਤੋ ਉਹਨਾਂ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ, ਅਤੇ ਨਵੇਂ ਸਾਰੇ ਸਿੱਖ ਸਜੇ ਹੋਏ ਹੈ, ਅਤੇ ਇਹ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਵਿੱਚ ਸਿੱਖੀ ਦੀ ਰਹਿਤ ਬੈਤ ਪ੍ਰਪੱਕ ਹੋਵੇ, ਪੂਰੀ ਤਰ੍ਹਾਂ ਇਹ ਸਿੱਖੀ ਨੂੰ ਧਾਰਨ ਕਰਨ। ਆਪ ਕੋਈ ਕਥਾਵਾਚਕ, ਕੋਈ ਗਿਆਨੀ ਸਿੰਘ ਆਪਣਾ ਭੇਜ ਦਿਓ ਸਾਡੇ ਕੋਲ, ਜੋ ਸਾਨੂੰ ਚੰਗੀ ਤਰ੍ਹਾਂ ਰਹਿਤ ਬੈਤ ਆਪ ਜੀ ਦੀ ਪਵਿੱਤਰ ਬਾਣੀ ਦੀ ਸੰਥਿਆ ਕਰਵਾ ਸਕੇ, ਦ੍ਰਿੜ ਕਰਵਾ ਦੇਵੇ ਸਾਨੂੰ। ਮਹਾਰਾਜ ਜੀ ਕਹਿੰਦੇ ਕੋਈ ਨਹੀਂ ਸਾਧ ਸੰਗਤ ਜੀ, ਜਿਵੇਂ ਗੁਰੂ ਦੀ ਕਿਰਪਾ ਹੋਈ, ਜਿਵੇਂ ਮਹਾਰਾਜ ਦੀ ਮਰਜ਼ੀ ਹੋਈ, ਉਸੇ ਤਰ੍ਹਾਂ ਹੀ ਹੋਵੇਗਾ। ਆਪ ਚਲੋ ਸੇਵਾ ਕਰੋ। ਇੰਨੇ ਚਿਰ ਨੂੰ ਸੰਗਤ ਜੀ ਉਹ ਨਗਰ ਦੀ ਸੰਗਤ ਆ ਗਈ। ਉਹਨਾਂ ਸਾਰਿਆਂ ਨੇ ਮਹਾਰਾਜ ਦੇ ਚਰਨਾਂ ਵਿੱਚ ਜੋ ਸਰਦਾ ਬਣਦਾ ਸੀ ਭੇਟਾ ਰੱਖੀ, ਮੱਥੇ ਟੇਕੇ। ਇਹ ਹੁਣ ਸਿੱਖ ਸੀ ਜਿਹੜਾ ਕਥਾ ਕਰਦਾ ਸੀ, ਅਤੇ ਕੋਈ ਰੱਬ ਦਾ ਪਿਆਰਾ ਹੋਵੇ, ਨਿਤਨੇਮੀ ਹੋਵੇ ਸਾਧ ਸੰਗਤ ਦੀ, ਸੱਚੇ ਸੁੱਚੇ ਮਨ ਵਾਲਾ, ਅਤੇ ਉਹਦੇ ਚਿਹਰੇ ਦਾ ਨੂਰ, ਉਹਦੇ ਚਿਹਰੇ ਦਾ ਪ੍ਰਭਾਵ ਵੀ ਦੱਸ ਦਿੰਦਾ ਹੈ ਬਾਕੀ ਦੁਨੀਆ ਦੇ ਲੋਕਾਂ ਨਾਲੋਂ ਕੁਝ ਵੱਖਰਾ ਉਸ ਨੂੰ। ਤੋ ਜਦੋਂ ਅੱਗੇ ਹੋਇਆ, ਮੱਥਾ ਟੇਕਿਆ, ਅਤੇ ਮਹਾਰਾਜ ਜੀ ਬੜੇ ਖੁਸ਼ ਹੋਏ ਹੈ ਕਿ ਅੰਤਰਜਾਮੀ ਜਾਣਦੇ ਸਾਰਾ ਕੁਝ। ਸਤਿਗੁਰੂ ਜੀ ਕਹਿਣ ਲੱਗੇ ਆਪ ਵੀ ਸਿੱਖਾ ਕਿਵੇਂ ਹੈ, ਕੀ ਕਰਦਾ ਹੁੰਦਾ, ਕਿੱਥੋਂ ਆਏ ਹੈ? ਉਹਨੇ ਬੇਨਤੀ ਕੀਤੀ ਮਹਾਰਾਜ ਜੀ ਫਲਾਣੇ ਨਗਰ ਤੋਂ ਅਸੀਂ ਚੱਲ ਕੇ ਆਏ ਹੈ, ਆਹ ਸਾਰੀ ਸੰਗਤ ਆਪਦੇ ਦਰਸ਼ਨਾਂ ਵਾਸਤੇ ਆਈ ਹੋਈ ਹੈ, ਮੈਂ ਵੀ ਗਰੀਬ ਇਹਨਾਂ ਦੇ ਨਾਲ ਹੀ ਚੱਲ ਕੇ ਤੁਹਾਡੇ ਦਰਸ਼ਨਾਂ ਵਾਸਤੇ ਆਇਆ ਹਾਂ। ਮਹਾਰਾਜ ਕਹਿੰਦੇ ਤੂੰ ਕਰਦਾ ਕੀ ਹੁੰਨਾ? ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਤੁਹਾਡੀ ਕਿਰਪਾ ਦੇ ਨਾਲ ਥੋੜ੍ਹੀ ਜਿਹੀ ਸ਼ਬਦ ਦੀ ਕੁਝ ਵਿਚਾਰ ਕਰ ਲਈਦੀ ਹੈ, ਉਹ ਸੰਗਤਾਂ ਨੂੰ ਸੁਣਾ ਦਈਦੀ ਹੈ, ਇਹਦੇ ਨਾਲ ਹੀ ਕੁਝ ਗੁਜ਼ਾਰਾ ਚੱਲਦਾ ਹੈ। ਸਤਿਗੁਰੂ ਜੀ ਕਹਿੰਦੇ ਠੀਕ ਹੈ। ਅਤੇ ਇੱਦਾਂ ਹੈ ਕਿ ਆਹ ਹੁਣੇ ਤੁਹਾਡੇ ਤੋਂ ਜਿਹੜੀ ਅੱਗੇ ਸੰਗਤ ਗਈ ਹੈ, ਉਹ ਸੰਗਤ ਨੇ ਨਵੀਂ ਸਿੱਖੀ ਧਾਰਨ ਕੀਤੀ ਹੈ ਸਾਰੀ ਨੇ, ਅਤੇ ਤੁਸੀਂ ਐਂ ਕਰੋ ਕਿ ਉਹਨਾਂ ਦੇ ਪਿੰਡ ਚਲੇ ਜਾਓ,
ਤੇ ਉੱਥੇ ਸਿੱਖੀ ਦਾ ਪ੍ਰਚਾਰ ਕਰੋ ਕੁਝ ਸਮਾਂ, ਤੇ ਫਿਰ ਤੁਸੀਂ ਆਪਣੇ ਘਰ ਨੂੰ ਤੁਸੀਂ ਵਾਪਸ ਜਾਣਾ। ਉਹਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਤੁਹਾਡੇ ਬਚਨ ਤਾਂ ਸਿਰ ਮੱਥੇ ਨੇ, ਪਰ ਸਤਿਗੁਰੂ ਜੀ ਮੇਰੇ ਘਰ ਦੇ ਵਿੱਚ 2 ਬੱਚੇ, ਘਰਵਾਲੀ ਅਤੇ ਇੱਕ ਮੈਂ, 4 ਜਾਣੇ ਹੀ ਆ। ਅਤੇ ਘਰ ਦੇ ਵਿੱਚ ਅਤਿਅੰਤ ਦੀ ਮਹਾਰਾਜ ਗਰੀਬੀ ਹੈ, ਹੋਰ ਕੋਈ ਕਮਾਉਣ ਵਾਲਾ ਹੈ ਨਹੀਂ। ਹੁਣ ਵੀ ਤੁਹਾਡੇ ਕੋਲ ਆਏ ਆ ਤਾਂ ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਕੁਝ ਕੁ ਦਿਨ ਇਕੱਠਾ ਕਰਕੇ ਮਹਾਰਾਜ ਮੈਂ ਰੱਖ ਕੇ ਆਇਆ ਹੋਇਆ ਹਾਂ, ਅਤੇ ਜੇ ਮੈਂ ਘਰ ਵਿੱਚ ਨਾ ਗਿਆ ਉਹਦੇ ਵਿਚਾਰੇ ਭੁੱਖੇ ਮਰ ਜਾਣਗੇ। ਇਸ ਕਰਕੇ ਮਹਾਰਾਜ क्षमा ਕਰਿਓ ਮੈਨੂੰ, ਤੁਹਾਡੇ ਬਚਨ ਨਹੀਂ ਮੈਂ ਮੰਨ ਸਕਿਆ। ਸਤਿਗੁਰੂ ਜੀ ਕਹਿਣ ਲੱਗੇ, ਜਿੱਦਾਂ ਸਿੱਖਾ ਤੇਰੀ ਮਰਜ਼ੀ ਹੈ, ਚੱਲ ਕੋਈ ਨਹੀਂ। ਚਲੇ ਗਏ। ਉੱਥੇ ਲੰਗਰ ਵਿੱਚ ਸੇਵਾ ਕਰਦੇ ਰਹੇ, ਬਹੁਤ ਦਿਨ ਸੇਵਾ ਕੀਤੀ ਹੈ। ਇੱਕ ਦਿਨ ਫਿਰ ਉਹ ਸਾਰੀ ਸੰਗਤ ਆ ਗਈ। ਉਹਨਾਂ ਬੇਨਤੀ ਕੀਤੀ, ਮਹਾਰਾਜ ਕੋਈ ਗਿਆਨੀ ਸਿੰਘ ਦਿਓ ਸਾਨੂੰ। ਸਤਿਗੁਰੂ ਜੀ ਕਹਿੰਦੇ ਤੁਸੀਂ ਚੱਲੋ, ਅਸੀਂ ਭੇਜ ਦਿਆਂਗੇ। ਸੰਗਤ ਚਲੀ ਗਈ। ਉੱਧਰੋਂ ਦੂਜੀ ਸੰਗਤ ਵੀ ਆ ਗਈ ਸਾਰੀ। ਉਹਨਾਂ ਵੀ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਹੁਣ ਆਗਿਆ ਬਖਸ਼ੋ, ਖੁਸ਼ੀਆਂ ਦੇਵੋ ਸਾਨੂੰ। ਸਤਿਗੁਰੂ ਜੀ ਕਹਿੰਦੇ ਚਲੋ ਭਾਈ ਠੀਕ ਹੈ। ਜਿਹੜਾ ਉਹ ਕਥਾਵਾਚਕ ਸੀ, ਗਿਆਨੀ ਸਿੰਘ ਸੀ, ਉਹਨੂੰ ਮਹਾਰਾਜ ਨੇ ਕੋਲ ਬੁਲਾ ਲਿਆ। ਮਹਾਰਾਜ ਜੀ ਕਹਿਣ ਲੱਗੇ, ਸਿੱਖਾ ਤੈਨੂੰ ਅਸੀਂ ਕਿਹਾ ਸੀ ਕਿ ਫਲਾਣੇ ਪਿੰਡ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰ, ਪਰ ਤੂੰ ਆਪਣੀ ਮਜਬੂਰੀ ਦੱਸੀ ਹੈ। ਚੱਲ ਕੋਈ ਗੱਲ ਨਹੀਂ, ਇੱਦਾਂ ਕਰ ਕਿ ਜਾਂਦਾ ਜਾਂਦਾ ਸਾਡਾ ਹੁਕਮਨਾਮਾ ਉੱਥੋਂ ਦੀ ਸੰਗਤ ਨੂੰ ਦੇ ਦੇਵੀਂ। ਕਹਿਣ ਲੱਗਾ ਜੀ, ਸਤ ਬਚਨ ਮਹਾਰਾਜ ਉਹ ਪਿੰਡ ਰਸਤੇ 'ਚ ਹੀ ਪੈਂਦਾ ਏ ਅਤੇ ਮੈਂ ਜਾ ਕੇ ਦੇ ਆਵਾਂਗਾ। ਸਤਿਗੁਰੂ ਜੀ ਕਹਿੰਦੇ ਚੰਗਾ ਭਾਈ, ਹੁਣ ਤੁਸੀਂ ਜਾਓ। ਇੱਦਾਂ ਉਹ ਸਾਰੀ ਸੰਗਤ ਚੱਲ ਪਈ। ਚਲਦਿਆਂ ਚਲਦਿਆਂ ਜਦੋਂ ਰਸਤੇ ਵਿੱਚ ਆਈ, ਉਹਨੂੰ ਚੇਤਾ ਆਇਆ ਕਿ ਮਹਾਰਾਜ ਜੀ ਨੇ ਹੁਕਮਨਾਮਾ ਲਿਖਿਆ ਸੀ ਫਲਾਣੇ ਪਿੰਡ ਦੇ ਵਾਸਤੇ, ਅਤੇ ਇਹ ਮੈਂ ਫੜਾ ਆਵਾਂ। ਅਤੇ ਬਾਕੀ ਦੇ ਜਿਹੜੇ ਉਹਦੇ ਨਗਰ ਦੇ ਲੋਕ ਸੀ, ਉਹਨਾਂ ਨੂੰ ਕਿਹਾ ਕਿ ਤੁਸੀਂ ਜਾਓ ਅਤੇ ਮੈਂ ਆਹ ਹੁਕਮਨਾਮਾ ਫੜਾ ਕੇ ਛੇਤੀ ਨਾਲ ਤੁਹਾਡੇ ਨਾਲ ਹੀ ਆ ਰਲਾਂਗਾ, ਤੁਸੀਂ ਚੱਲਦੇ ਜਾਣਾ। ਕਹਿੰਦੇ ਠੀਕ ਹੈ। ਉਹ ਸੰਗਤ ਜੀ ਚੱਲ ਪਏ। ਇਹ ਆਪ ਹੁਕਮਨਾਮਾ ਦੇਣ ਚਲਾ ਗਿਆ। ਜਦੋਂ ਜਾ ਕਰਕੇ ਉਸ ਪਿੰਡ ਵਿੱਚ ਪਹੁੰਚਿਆ, ਹੁਕਮਨਾਮਾ ਦਿੱਤਾ। ਹੁਣ ਆਏ ਹੋਏ ਸਿੱਖ ਦੇ ਉਦੋਂ ਮਨ ਵਿੱਚ ਬੜੀ ਸ਼ਰਧਾ ਭਾਵਨਾ ਹੁੰਦੀ ਸੀ, ਅੱਜ ਵੀ ਹੈ। ਕਈ ਸਿੱਖਾਂ ਦੇ ਮਨ ਵਿੱਚ ਬੜਾ ਚਾਅ ਹੁੰਦਾ ਜਦੋਂ ਕੋਈ ਸਿੱਖ ਚੱਲ ਕੇ ਆਵੇ ਤਿਆਰ ਬਰ ਤਿਆਰ। ਸੰਗਤ ਨੇ ਜੀ ਬੜਾ ਚਾਅ ਕੀਤਾ, ਉਹਦੇ ਵਾਸਤੇ ਜਲ ਪਾਣੀ ਲਿਆਂਦਾ, ਚੰਗੀ ਸੇਵਾ ਕੀਤੀ ਹੈ। ਅਤੇ ਫਿਰ ਸਾਰੀ ਸੰਗਤ ਇਕੱਠੀ ਹੋਈ ਅਤੇ ਹੁਕਮਨਾਮਾ ਖੋਲ੍ਹਿਆ ਗਿਆ। ਜਦੋਂ ਹੁਕਮਨਾਮਾ ਖੋਲ੍ਹਿਆ ਅਤੇ ਪੜ੍ਹਿਆ, ਅਤੇ ਉਹਦੇ ਵਿੱਚ ਲਿਖਿਆ ਹੋਇਆ ਮਹਾਰਾਜ ਜੀ ਨੇ ਕਿਹਾ, ਜਿਸ ਸਿੱਖ ਦੇ ਹੱਥ ਵਿੱਚ ਅਸੀਂ ਹੁਕਮਨਾਮਾ ਭੇਜ ਰਹੇ ਹਾਂ, ਇਹ ਹੀ ਸਿੱਖ ਗਿਆਨੀ ਸਿੰਘ ਹੈ, ਅਤੇ ਤੁਸੀਂ ਇਹਨੂੰ ਜਿੱਦਾਂ ਮਰਜ਼ੀ ਹੋ ਸਕੇ ਜ਼ਬਰਦਸਤੀ ਚਾਹੇ ਬੰਨ੍ਹ ਕੇ ਰੱਖੋ, ਚਾਹੇ ਇਹਨੂੰ ਕੈਦ ਕਰਕੇ ਰੱਖੋ, ਇਹਨੂੰ 6 ਮਹੀਨੇ ਆਪਣੇ ਕੋਲ ਰੱਖਣਾ ਹੈ, ਅਤੇ 6 ਮਹੀਨੇ ਦੇ ਕੋਲੋਂ ਤੁਸੀਂ ਸਿੱਖੀ ਦ੍ਰਿੜ ਕਰਨੀ ਹੈ, ਕਥਾ ਵਿਚਾਰ ਸੁਣਨੀ ਹੈ। ਇਹ ਹੁਕਮਨਾਮਾ ਪੜ੍ਹ ਕੇ ਜਿੰਨੀ ਨਗਰ ਦੀ ਸੰਗਤ ਸੀ ਬੜੀ ਖੁਸ਼ ਹੋਈ। ਅਤੇ ਉਹਨਾਂ ਨੇ ਫਿਰ ਸਿੱਖ ਜਦੋਂ ਛਕ ਕੇ ਪ੍ਰਸ਼ਾਦਾ ਪਾਣੀ ਅਤੇ ਫਤਿਹ ਬੁਲਾ ਕੇ ਚੱਲਿਆ, ਅਤੇ ਉਹ ਕਹਿਣ ਲੱਗੇ ਕਿ ਭਾਈ ਸਾਹਿਬ ਤੁਸੀਂ ਨਹੀਂ ਜਾ ਸਕਦੇ। ਕਹਿੰਦੇ ਕੀ ਗੱਲ ਹੋਈ? ਕਹਿੰਦੇ ਆਹ ਦੇਖ ਲਓ ਜੀ, ਗੁਰੂ ਸਾਹਿਬ ਜੀ ਦਾ ਹੁਕਮਨਾਮਾ ਹੈ। ਹੁਕਮਨਾਮੇ ਵਿੱਚ ਤਾਂ ਇਹ ਲਿਖਿਆ ਕਿ ਇਹਨਾਂ ਨੂੰ ਬੰਨ੍ਹ ਕੇ ਚਾਹੇ ਰੱਖੋ, ਇੱਥੇ 6 ਮਹੀਨੇ ਇੱਥੇ ਰੱਖਣਾ ਹੈ। ਹੁਣ ਤੁਸੀਂ ਦੱਸੋ ਕਿ ਅਸੀਂ ਤੁਹਾਨੂੰ ਬੰਨ੍ਹ ਕੇ ਰੱਖੀਏ, ਗੁਰੂ ਦਾ ਹੁਕਮ ਮੰਨੀਏ, ਜਾਂ ਤੁਸੀਂ ਆਪਣੇ ਆਪ ਹੀ ਪਿੰਡ ਵਿੱਚ ਰਹੋਗੇ? ਅਤੇ ਉਹ ਕਹਿਣ ਲੱਗਾ ਕਿ ਹੁਣ ਬਚਨ ਤਾਂ ਮਹਾਰਾਜ ਦਾ ਮੰਨਣਾ ਹੀ ਪੈਣਾ ਹੈ, ਵੀ ਚਾਹੇ ਬੰਨ੍ਹ ਕੇ ਰੱਖ ਲਓ, ਚਾਹੇ ਉੱਦਾਂ ਰਹਿ ਪਾਓ। ਕਹਿੰਦੇ ਕੋਈ ਨਹੀਂ ਜੀ, ਮੈਂ ਫਿਰ ਰਹਿ ਪੈਣਾ ਇੱਥੇ। ਉਹ ਸਾਧ ਸੰਗਤ ਜੀ ਉੱਥੇ ਰਹਿਣ ਲੱਗ ਪਿਆ ਸਿੰਘ। ਅਤੇ ਹੁਣ ਉੱਥੇ ਫਿਰ ਪ੍ਰਚਾਰ ਕੀਤਾ ਸਿੱਖੀ ਦਾ। ਸਾਰੀ ਸੰਗਤ ਸਵੇਰੇ ਸ਼ਾਮ ਉੱਥੇ ਜਿੱਥੇ ਧਰਮਸ਼ਾਲਾ ਕੋਈ ਗੁਰਦੁਆਰਾ ਬਣਾਇਆ ਸੀ ਇਕੱਠੀ ਹੁੰਦੀ, ਸਾਰਿਆਂ ਨੂੰ ਉਸ ਸਮੇਂ ਉਹ ਸਿੱਖੀ ਦ੍ਰਿੜ ਕਰਵਾਇਆ ਕਰਦਾ, ਸਿੱਖੀ ਦੇ ਨੇਮ, ਗੁਰੂ ਘਰ ਦੀ ਮਰਜ਼ਾਦਾ ਸਮਝਾਇਆ ਕਰਦਾ, ਸਾਰੀ ਮਰਜ਼ਾਦਾ ਦੱਸਣੀ। ਅਤੇ ਮਨ ਵਿੱਚ ਫਿਰ ਵੀ ਫਿਕਰ ਲੱਗਾ ਰਹਿਣਾ ਕਿ ਉੱਧਰ ਹੁਣ ਮੇਰੇ ਪਰਿਵਾਰ ਦਾ ਕੀ ਬਣੂਗਾ। 4-5 ਦਿਨ ਮਨ ਦੇ ਵਿੱਚ ਤਾਂ ਬੜਾ ਖਿਆਲ ਆਇਆ। ਫਿਰ ਮਨ ਨੂੰ ਹੌਸਲਾ ਦਿੱਤਾ ਕਿ ਉਹ ਤਾਂ ਵਿਚਾਰਾ ਨੂੰ ਭੁੱਖਾ ਹੀ ਮਰ ਗਿਆ ਹੋਣਾ, ਕਿਉਂਕਿ ਪਿੰਡ ਦੇ ਲੋਕ ਵੀ ਕਿਹੜੇ ਉਸ ਸਮੇਂ ਕਹਿੰਦੇ ਸਾਡੀ ਕੋਈ ਸਾਰ ਲੈਂਦਾ ਸੀ, ਇਸ ਕਰਕੇ ਹੁਣ ਉਹ ਤਾਂ ਵਿਚਾਰੇ ਮਰ ਖੱਪ ਗਏ ਹੋਣੇ ਆ। ਚਲੋ ਹੁਣ ਗੁਰੂ ਦੇ ਬਚਨ ਕਮਾਈਏ। ਇੱਦਾਂ ਕਰਦਿਆਂ ਸਾਧ ਸੰਗਤ ਜੀ ਮਨ ਨੂੰ ਇਸ ਨੇ ਰੋਕ ਕੇ ਅਤੇ 6 ਮਹੀਨੇ ਉੱਥੇ ਲਾਏ।
6 ਮਹੀਨਿਆਂ ਦੇ ਵਿੱਚ ਉਹ ਸਾਰੀ ਸੰਗਤ ਨੂੰ ਬੜੀ ਸਿੱਖੀ ਦ੍ਰਿੜ ਕਰਵਾਈ, ਚੰਗੀ ਤਰ੍ਹਾਂ ਰਹਿਤ ਬਹਿਤ ਵਿੱਚ ਬਾਣੇ ਦੇ ਵਿੱਚ ਪ੍ਰਪੱਕ ਕੀਤਾ। ਤੇ ਇਧਰ ਹੁਣ ਗੁਰੂ ਕਿਵੇਂ ਸੰਗਤ ਦੀ ਸਹਾਇਤਾ ਕਰਦਾ ਹੈ। ਬਚਨ ਆਏ ਨਾ ਮਹਾਰਾਜ ਦੇ ਕਾਰਜ ਸਗਲ ਸਵਾਰੇ। ਵੀ ਜਿਹੜਾ ਕੋਈ ਗੁਰੂ ਦਾ ਹੋ ਜਾਂਦਾ ਹੈ ਨਾ ਤਨੋਂ ਮਨੋਂ, ਤੇ ਫਿਰ ਗੁਰੂ ਆਪ ਸੰਗਤ ਜੀ, ਚਾਹੇ ਉਹ ਸਿੱਖ ਨਾਮ ਹੀ ਚਾਹਵੇ, ਗੁਰੂ ਫਿਰ ਵੀ ਉਹਦੇ ਸੰਗਤ ਦੀ ਕੰਮ ਸਵਾਰ ਦਿੰਦਾ। ਚਾਹੇ ਸਿੱਖ ਬੇਨਤੀ ਨਾਮ ਹੀ ਕਰੇ, ਗੁਰੂ ਨੂੰ ਆਪ ਹੀ ਸੰਗਤ ਦੀ ਬਾਂਹ ਫੜੇ ਦੀ ਲਾਜ ਹੁੰਦੀ ਹੈ ਕਿ ਨਹੀਂ ਭਾਈ ਮੇਰਾ ਸਿੱਖ ਹੈ ਤੇ ਮੈਂ ਇਹਦੀ ਲਾਜ ਰੱਖਣੀ ਹੈ। ਇੱਦਾਂ ਗੁਰੂ ਨੇ ਕੀ ਕੀਤਾ ਕਿ ਜਿੰਨੀ ਉਸ ਨਗਰ ਦੀ ਸੰਗਤ ਸੀ, ਜਿੰਨੇ ਲੋਕ ਸੀ, ਉਹਨਾਂ ਦੇ ਮਨ ਨੂੰ ਪ੍ਰੇਰ ਦਿੱਤਾ। ਉਹ ਪਿੰਡ ਦੇ ਲੋਕਾਂ ਨੇ ਵੇਖਿਆ ਕਿ ਜੀ ਆਹ ਨਾਲ ਇਹ ਜਿਹੜਾ ਸਾਡਾ ਗਿਆਨੀ ਸਿੰਘ ਸੀ, ਇਹ ਯਾਤਰਾ 'ਤੇ ਗਿਆ ਸੀ ਅਨੰਦਪੁਰ ਸਾਹਿਬ ਨੂੰ, ਵਾਪਸ ਨਹੀਂ ਮੁੜਿਆ ਹੈ। ਹੋਵੇ ਨਾ ਹੋਵੇ ਕਿਤੇ ਗੁਰੂ ਜੀ ਨੇ ਉੱਥੇ ਰੱਖ ਲਿਆ ਹੋਵੇ, ਜਾਂ ਕਹਿੰਦੇ ਇਹ ਵੀ ਹੋ ਸਕਦਾ ਕਿ ਕਿਤੇ ਉੱਥੇ ਜੰਗ ਯੁੱਧ ਲੱਗੇ ਹੋਣ ਤੇ ਕਿਤੇ ਸ਼ਹੀਦੀ ਨਾ ਪਾ ਗਿਆ ਹੋਵੇ। ਕਹਿੰਦੇ ਫਿਰ ਉਹਨਾਂ ਦਾ ਪਰਿਵਾਰ ਸਾਡੇ ਪਿੰਡ 'ਚ ਰਹਿੰਦਾ ਤੇ ਸਾਨੂੰ ਲਾਜ ਹੈ, ਇਸ ਕਰਕੇ ਹੁਣ ਸਾਡਾ ਫਰਜ਼ ਬਣਦਾ ਹੈ ਕਿ ਉਹਦੇ ਪਰਿਵਾਰ ਦੀ ਆਪਾਂ ਕੁਝ ਰੱਖਿਆ ਕਰੀਏ, ਪਾਲਣਾ ਕਰੀਏ ਜਿੰਨਾ ਹੋ ਸਕਦਾ। ਸਾਰਿਆਂ ਨੇ ਸੰਗਤ ਦੀ ਹਾਮੀ ਭਰਤੀ ਤੇ ਹਰੇਕ ਮਾਈ ਭਾਈ ਨੇ, ਕਿਸੇ ਨੇ ਆਨਾ, ਕਿਸੇ ਨੇ 2 ਆਨੇ ਇਕੱਠੇ ਕੀਤੇ। ਕਰਦਿਆਂ ਕਰਾਉਂਦਿਆਂ ਸਾਰੇ ਪਿੰਡ ਨੇ ਮਾਇਆ ਇਕੱਠੀ ਕੀਤੀ, ਬਹੁਤੀ ਮਾਇਆ ਹੋਈ। ਕਹਿੰਦੇ ਦੱਸੋ ਕੀ ਕਰੀਏ। ਕਹਿੰਦੇ ਸਭ ਤੋਂ ਪਹਿਲਾਂ ਤਾਂ ਇਹਨਾਂ ਗਰੀਬਾਂ ਦਾ ਘਰ ਪਾ ਦਈਏ। ਕਹਿੰਦੇ ਚੱਲ ਆ ਵਧੀਆ ਹੋ ਗਿਆ। ਉਹ ਥਾਂ ਜਿਹੜੀ ਸੰਗਤ ਦੀ ਸੀ ਕੁਝ ਕੁ ਹੋਰ ਇਕੱਠੀ ਕਰਕੇ ਵਧਾ ਕੇ ਉਹਨਾਂ ਨੂੰ ਸੋਹਣਾ ਘਰ ਬਣਾ ਦਿੱਤਾ। ਮਹੀਨੇ ਦੇ ਵਿੱਚ ਹੀ ਘਰ ਖੜਾ ਹੋ ਗਿਆ ਬੜਾ ਸੋਹਣਾ। ਕਹਿੰਦੇ ਉਹਨੂੰ ਫਿਰ ਘਰ ਦੇ ਵਿੱਚ ਲੰਗਰ ਪਾਣੀ ਵੀ ਚਾਹੀਦਾ, ਦੁੱਧ ਪਾਣੀ ਵੀ ਚਾਹੀਦਾ ਹੈ, ਉਹਦਾ ਪ੍ਰਬੰਧ ਕਰੀਏ। ਇੱਕ ਉੱਠਿਆ ਤੇ ਕਹਿਣ ਲੱਗਾ ਜੀ ਮੇਰੇ ਕੋਲ ਨਵੇਂ ਸੂਏ ਦੀ ਮੱਝ ਹੈ, ਆਪਾਂ ਕਿਉਂ ਨਾ ਹੋਵੇ ਇਹਨਾਂ ਨੂੰ ਦੇ ਦਈਏ। ਕਹਿੰਦੇ ਜੀ ਠੀਕ ਹੈ ਦੇ ਤੇ ਦੇਵਾਂਗੇ, ਤੇ ਪੱਠੇ ਕੌਣ ਪਾਊ। ਦੂਜਾ ਬੋਲਿਆ ਜੀ ਕੋਈ ਨਹੀਂ, ਮੈਂ ਜਦੋਂ ਪੱਠੇ ਵੱਢ ਕੇ ਲਿਆਉਣਾ ਤੇ ਇੱਕ ਢੇਰੀ ਇਹਨਾਂ ਘਰ ਵੀ ਸੁੱਟ ਦਿਆ ਕਰਾਂਗੇ। ਕਹਿੰਦੇ ਜੀ ਠੀਕ ਹੈ। ਉਹ ਮੱਝ ਵੀ ਸੰਗਤ ਜੀ ਲੈ ਆਂਦੀ ਤੇ ਉਹ ਪੱਠੇ ਵੀ ਲੋਕੀ ਉਹਨਾਂ ਨੂੰ ਪਾਉਣ ਲੱਗ ਪਏ। ਤੀਜਾ ਕਹਿੰਦਾ ਜੀ ਠੀਕ ਹੈ, ਹੁਣ ਰੋਟੀ ਪਾਣੀ ਵੀ ਚਾਹੀਦਾ ਹੈ ਤੇ ਆਪਾਂ ਐਂ ਕਰਦੇ ਹਾਂ ਸਾਰੇ ਪਿੰਡ ਵਿੱਚੋਂ ਕੁਝ ਦਾਣੇ ਇਕੱਠੇ ਕਰੀਏ ਤੇ ਇਹਨੂੰ ਆਪਾਂ ਦੇ ਦਈਏ, ਘਰ ਵਿੱਚ ਢੋਲ ਭਰ ਦਈਏ। ਕਹਿੰਦੇ ਠੀਕ ਹੈ। ਸਾਰਿਆਂ ਸੰਗਤ ਜੀ ਕਿਸੇ ਨੇ ਕਿਲੋ ਤੇ ਕਿਸੇ ਨੇ 2 ਕਿਲੋ, ਕਿਸੇ ਨੇ 5 ਸੇਰ ਦਾਣੇ ਇਕੱਠੇ ਕੀਤੇ ਤੇ ਉਹ ਢੋਲ ਭਰ ਕੇ ਤੇ ਉਹਨਾਂ ਦਾ ਰੱਖ ਦਿੱਤਾ। ਤੇ ਉਹ ਪਰਿਵਾਰ ਜਿਹੜਾ ਸੀ, 2 ਬੱਚੇ ਸੀ ਛੋਟੇ ਤੇ ਇੱਕ ਉਹ ਸਿੰਘ ਦੀ ਘਰਵਾਲੀ ਸੀ, ਤਿੰਨੇ ਜਾਣੇ ਘਰ ਦੇ ਵਿੱਚ ਉਹਨੂੰ ਬੜੇ ਸੁੱਖ ਨਾਲ ਰਹਿਣ ਲੱਗੇ। ਬੜੇ ਆਨੰਦ ਦੇ ਨਾਲ ਸਾਰੀ ਗਰੀਬੀ ਚੱਕੀ ਗਈ। ਉਧਰ ਸੰਗਤ ਜੀ ਜਦੋਂ 6 ਮਹੀਨੇ ਪੂਰੇ ਹੋਏ ਤਾਂ ਉਹਨੇ ਸੋਚਿਆ ਕਿ ਹੁਣ ਕੀ ਕਰੀਏ, ਵੀ ਹੁਣ ਘਰ ਚੱਲੀਏ ਕਿ ਜਾਂ ਅਨੰਦਪੁਰ ਸਾਹਿਬ ਚੱਲੀਏ। ਕਹਿੰਦੇ ਕਿ ਚਲੋ ਇੱਕ ਵਾਰੀ ਘਰ ਜਾ ਹੀ ਆਉਨੇ ਆ, ਪੁੱਛਦੇ ਆ ਜਾ ਕੇ ਵੀ ਸਾਡੇ ਪਰਿਵਾਰ ਦਾ ਕੀ ਬਣਿਆ, ਕੋਈ ਜਿਉਂਦਾ ਵੀ ਸੀ ਜਾਂ ਮਰ ਖੱਪ ਗਏ, ਕਿਸੇ ਨੇ ਕੋਈ ਉਹਨਾਂ ਦਾ ਸੰਸਕਾਰ ਵੀ ਕੀਤਾ ਜਾਂ ਕੀ ਹੋਇਆ ਉਹਨਾਂ ਦਾ। ਉਦੋਂ ਬਾਅਦ ਫਿਰ ਗੁਰੂ ਕੇ ਚਰਨਾਂ ਵਿੱਚ ਚਲੇ ਜਾਵਾਂਗੇ, ਹੋਰ ਕੀ ਹੈ। ਇੱਦਾਂ ਸੋਚ ਕੇ ਤੇ ਸਾਰੀ ਸੰਗਤ ਨੂੰ ਫਤਿਹ ਬੁਲਾਈ ਜਾਣ ਲੱਗਾ ਤੇ ਸੰਗਤ ਨੇ ਬੜੇ ਖੁਸ਼ ਹੋ ਕੇ ਸੰਗਤ ਜੀ ਖੁੱਲ੍ਹੀ ਮਾਇਆ ਲੈ ਕੇ ਆਂਦੀ, ਖੁੱਲ੍ਹੇ ਭੰਡਾਰੇ ਉਹਨਾਂ ਸਿੰਘ ਨੂੰ ਦਿੱਤੇ ਕਿ ਤੁਸੀਂ 6 ਮਹੀਨੇ ਭਾਈ ਇੱਥੇ ਰਹਿ ਕਰਕੇ ਗੁਰੂ ਦਾ ਹੁਕਮ ਬਜਾਇਆ, ਸਾਡੀ ਬੇਨਤੀ ਮੰਨੀ, ਸਾਨੂੰ ਸਿੱਖੀ ਦ੍ਰਿੜ ਕਰਵਾਈ ਹੈ। ਤੇ ਖੁੱਲ੍ਹੇ ਮਾਇਆ ਦੇ ਗੱਫੇ ਲਿਆ ਕੇ ਸੰਗਤ ਜੀ ਉਹ ਸਿੱਖ ਨੂੰ ਦੇ ਦਿੱਤੇ। ਸਿੱਖ ਨੇ ਕਿਹਾ ਕਿ ਨਹੀਂ ਲੋੜ ਕੋਈ ਨਹੀਂ, ਹੁਣ ਜਿਨ੍ਹਾਂ ਵਾਸਤੇ ਲੈਣੀ ਸੀ ਉਹਨਾਂ ਦਾ ਤਾਂ ਪਤਾ ਨਹੀਂ ਹੈ ਵੀ ਹੈ ਕਿ ਨਹੀਂ ਚੱਲ ਵਸੇ ਨੇ। ਕਹਿੰਦੇ ਨਹੀਂ ਸਾਡਾ ਫਰਜ਼ ਬਣਦਾ ਹੈ, ਤੁਸੀਂ ਕਿਰਪਾ ਕਰੋ ਇੰਨੀ ਕੁ ਭੇਟਾ ਕਬੂਲ ਕਰੋ। ਉਹ ਸੰਗਤ ਜੀ ਖੁੱਲ੍ਹੇ ਭੰਡਾਰੇ ਸਿੱਖ ਨੂੰ ਦੇ ਦਿੱਤੇ। ਲੈ ਕੇ ਸਿੱਖ ਸੰਗਤ ਜੀ ਚੱਲ ਪਿਆ। ਚੱਲਦਾ ਚੱਲਦਾ ਦੱਬੇ ਦੱਬੇ ਪੈਰੀਂ ਆਪਣੇ ਪਿੰਡ ਵੱਲ ਨੂੰ ਹੋ ਤੁਰਿਆ। ਜਦੋਂ ਪਿੰਡ ਵੱਲ ਨੂੰ ਆਇਆ ਤੇ ਜਿੱਥੇ ਬਾਹਰ ਹੀ ਉਹਨਾਂ ਦੀ ਝੁੱਗੀ ਬਣੀ ਹੋਈ ਸੀ ਪਹਿਲਾਂ, ਉੱਥੇ ਦੇਖਿਆ ਕਿ ਬੜਾ ਵੱਡਾ ਹੁਣ ਮਕਾਨ ਬਣਿਆ ਹੋਇਆ। ਤੇ ਉੱਥੇ ਮਨ 'ਚ ਸੋਚਿਆ ਕਿ ਸਿੱਖਾ ਚੱਲ ਛੱਡ ਪਰੇ, ਲੱਗਦਾ ਕਿ ਤੇਰੇ ਪਰਿਵਾਰ ਦੇ ਲੋਕ ਮਰ ਖੱਪ ਗਏ ਹੋਣੇ ਐ ਤੇ ਵਿਹਲਾ ਥਾਂ ਜਾਣ ਕੇ ਕਿਸੇ ਨੇ ਕਬਜ਼ਾ ਕਰ ਲਿਆ ਹੈ, ਉਹਨੇ ਆਪਣਾ ਮਕਾਨ ਬਣਾ ਲਿਆ ਹੈ। ਤੇ ਚੱਲ ਹੁਣ ਫਿਰ ਆਪਾਂ ਕੀ ਕਰਨਾ, ਪਿੰਡ ਜਾ ਕੇ ਵਾਪਸ ਹੀ ਮੁੜੀਏ। ਫਿਰ ਅੰਦਰੋਂ ਆਵਾਜ਼ ਜੀ ਆਈ ਕਿ ਨਹੀਂ ਚੱਲ ਜਾ ਕੇ ਪੁੱਛੀਏ ਤਾਂ ਸਹੀ ਉਹਨਾਂ ਦਾ ਹੋਇਆ ਕੀ ਸੀ। ਚਲੋ ਅੱਗੇ ਥੋੜ੍ਹਾ ਜਿਹਾ ਗਿਆ ਤੇ ਜਦੋਂ ਸੰਗਤ ਜੀ ਉਹ ਆਪਣੇ ਘਰ ਦਾ ਦੇਖਿਆ ਦਰਵਾਜ਼ਾ, ਉੱਥੇ ਜਾ ਕੇ ਦਰਵਾਜ਼ਾ ਲੱਗਾ ਹੋਇਆ, ਝਾਤੀ ਮਾਰੀ ਹੈ ਤੇ ਦੇਖਦਾ ਕਹਿੰਦਾ ਕਿ ਪਰਿਵਾਰ ਤਾਂ ਮੇਰਾ ਹੀ ਨਜ਼ਰ ਆ ਰਿਹਾ ਹੈ।
ਬੱਚੇ ਵੀ ਹੈ, ਘਰ ਵਾਲੀ ਵੀ ਹੈ, ਪਰ ਆ ਘਰ ਆ ਜਿੰਨਾ ਕੁਝ ਸਾਜੋ ਸਮਾਨ ਹੈ ਇਹ ਕਿੱਦਾਂ ਹੋ ਗਿਆ। ਤੇ ਜਦੋਂ ਸੰਗਤ ਜੀ ਥੋੜ੍ਹਾ ਅੱਗੇ ਹੋਇਆ ਤੇ ਜਿਹੜੇ ਬੱਚੇ ਸੀ ਉਹਨਾਂ ਨੇ ਪਹਿਚਾਣ ਕੀਤੀ ਤੇ ਰੌਲਾ ਪਾ ਦਿੱਤਾ। ਆਪਣੀ ਮਾਤਾ ਕੋਲ ਭੱਜੇ ਗਏ। ਮਾਤਾ ਬਾਹਰ ਆਈ ਤੇ ਬਹੁਤ ਖੁਸ਼ੀ ਕੀਤੀ ਹੈ, ਜਾ ਕੇ ਮਿਲੇ ਸਾਰੇ ਪਰਿਵਾਰ ਵਾਲੇ। ਉਹ ਹੈਰਾਨੀ ਦੀ ਉਹਦੀ ਹੱਦ ਨਾ ਰਹੀ। ਬੜਾ ਹੈਰਾਨ ਹੋ ਕੇ ਉਹਨੇ ਫਿਰ ਪੁੱਛਿਆ ਘਰਵਾਲੀ ਨੂੰ ਕਿ ਇਹ ਕੀ ਬਣਿਆ ਸਾਰਾ ਕੁਝ। ਤਾਂ ਉਹਨੇ ਫਿਰ ਸਾਰੀ ਸੰਗਤ ਜੀ ਕਹਾਣੀ ਕਹਿ ਸੁਣਾਈ ਕਿ ਜੀ ਤੁਸੀਂ ਜਦੋਂ ਨਹੀਂ ਆਏ ਸੀ ਤਾਂ ਫਿਰ ਸਾਰੇ ਪਿੰਡ ਵਾਲਿਆਂ ਨੇ ਸੋਚਿਆ ਕਿ ਉਹ ਸਾਡਾ ਪਿੰਡ ਦਾ ਸੀ ਬੰਦਾ ਤੇ ਗੁਰੂ ਦੇ ਚਰਨਾਂ ਵਿੱਚ ਗਿਆ, ਕਿਤੇ ਸ਼ਹੀਦੀ ਨਾ ਪਾ ਗਿਆ ਹੋਵੇ, ਗੁਰੂ ਕੇ ਲੇਖੇ ਲੱਗ ਗਿਆ ਹੋਣਾ। ਤੇ ਕਹਿੰਦੇ ਫਿਰ ਸਾਰੇ ਪਿੰਡ ਵਾਲਿਆਂ ਨੇ ਇਕੱਠਿਆਂ ਹੋ ਕੇ ਮਦਦ ਕੀਤੀ ਤੇ ਆ ਸੋਹਣਾ ਸਾਡਾ ਘਰ-ਬਾਰ ਬਣਾ ਦਿੱਤਾ ਹੈ। ਤੇ ਆ ਸਾਰੇ ਪਿੰਡ ਵਾਲਿਆਂ ਨੇ ਆ ਮੱਝ ਲਿਆ ਕੇ ਦੇ ਦਿੱਤੀ ਹੈ, ਆ ਕਣਕ ਦੇ ਢੋਲ ਭਰ ਦਿੱਤੇ ਹੈ। ਇੱਦਾਂ ਘਰ ਵਿੱਚ ਲਹਿਰਾਂ ਬਹਿਰਾਂ ਸਾਰੀਆਂ ਹੋ ਗਈਆਂ ਨੇ। ਇਹ ਦੇਖ ਕੇ ਸੁਣ ਕੇ ਤੇ ਸਾਧ ਸੰਗਤ ਜਿਹੜੇ ਸਿੱਖ ਸੀ ਉਹਦੀਆਂ ਅੱਖਾਂ ਭਰ ਆਈਆਂ। ਉੱਥੇ ਬੈਠਾ ਬੈਠਾ ਹੀ ਫਿਰ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਜੁੜ ਗਿਆ, ਧੰਨਵਾਦ ਕਰਨ ਲੱਗਾ ਕਿ ਇਹ ਕਲਗੀਧਰ ਪਾਤਸ਼ਾਹ ਮਹਾਰਾਜ ਤੁਹਾਡੇ ਕਿੰਨੇ ਕੁ ਮੈਂ ਗੁਣ ਗਾਵਾਂ, ਕਿੰਨੇ ਕੁ ਤੁਹਾਡੇ ਮੈਂ ਚਰਨਾਂ ਦੇ ਵਿੱਚ ਸ਼ੁਕਰਾਨਾ ਕਰਾਂ। ਤੁਸੀਂ ਤਾਂ ਬੇਅੰਤ ਹੀ ਬੇਅੰਤ ਹੋ। ਮੇਰੇ ਮੰਗਣ ਤੋਂ ਬਿਨਾਂ ਹੀ ਤੁਸੀਂ ਜਾਣਿਆ ਕਿ ਮੇਰਾ ਸਿੱਖ ਗਰੀਬ ਹੈ, ਬੜੀ ਮੁਸ਼ਕਿਲ ਨਾਲ ਗੁਜ਼ਾਰਾ ਚੱਲਦਾ ਹੈ ਤੇ ਆਪ ਹੀ ਕੁਝ ਆਨੇ ਬਹਾਨੇ ਬਣਾ ਕਰਕੇ ਤੇ ਬਿਨਾਂ ਮੰਗੇ ਮੈਨੂੰ ਇੰਨਾ ਕੁਝ ਦੇ ਦਿੱਤਾ ਤੇ ਮੇਰੇ ਇੰਨੇ ਕਾਰਜ ਸਵਾਰ ਦਿੱਤੇ ਹੈ। ਇੱਦਾਂ ਸੰਗਤ ਜੀ ਸਿੱਖ ਬਰਾਗ ਦੇ ਵਿੱਚ ਤੇ ਗੁਰੂ ਕੇ ਚਰਨਾਂ ਦੇ ਵਿੱਚ ਜੁੜਿਆ ਰਿਹਾ। ਤੋ ਇਹੋ ਜਿਹੀ ਸਾਖੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਮਹਾਰਾਜ ਜੀ ਦੱਸਦੇ ਗੁਰ ਕੇ ਚਰਨ ਕਬਲ ਰਿੱਧ ਧਾਰੇ। ਜਿਨ੍ਹਾਂ ਨੇ ਆਪਣੇ ਮਨ ਵਿੱਚ ਗੁਰੂ ਦੇ ਚਰਨ ਵਸਾਏ ਹੋਏ ਹੈ, ਗੁਰੂ ਦੀ ਦਿੱਤੀ ਹੋਈ ਮਰਜ਼ਾਦਾ ਅਨੁਸਾਰ ਜਿਉਂਦੇ ਹੈ ਜ਼ਿੰਦਗੀ ਆਪਣੀ, ਤਾਂ ਮਹਾਰਾਜ ਕਹਿੰਦੇ ਉਹਨਾਂ ਨੂੰ ਫਿਰ ਗੁਰੂ ਆਪ ਸਹਾਈ ਹੁੰਦਾ, ਉਹਨਾਂ ਨੂੰ ਵਿਘਨ ਨਹੀਂ ਕੋਈ ਲੱਗਣ ਦਿੰਦਾ। ਤੇ ਆਪ ਸਹਾਈ ਹੋ ਕੇ ਕਾਰਜ ਸਗਲ ਸਵਾਰੇ ਉਹਨਾਂ ਦੇ ਘਰ ਦੇ, ਉਹਨਾਂ ਦੇ ਬਾਹਰ ਦੇ ਜਿੰਨੇ ਵੀ ਕੋ ਸੰਗਤ ਦੀ ਕਾਰਜ ਹੁੰਦੇ ਨੇ ਨਾ, ਗੁਰੂ ਆਪ ਵਿੱਚ ਸਹਾਈ ਹੋ ਕੇ ਤੇ ਉਹਨਾਂ ਕਾਰਜਾਂ ਨੂੰ ਸਵਾਰ ਦਿੰਦਾ ਹੈ।